पिंड ਤਾਂ ਆ ਗਿਆ पर खाली हथ। ਪਹਿਲਾਂ ਜਦੋਂ मैं धी राणी ਦੇ ਘਰ ਆਇਆ ਸੀ ਤਾਂ ਟਾਂਗਾ ਭਰ ਕੇ ਲੈ ਕੇ ਆਇਆ ਸੀ ਸਮਾਨ ਦਾ ਜਦੋਂ ਮੇਰੇ ਦੋਤਰਾ ਹੋਇਆ ਸੀ। ਪਰ ਹੁਣ ਪਿੰਡ ਵਾਲੇ ਕੀ ਆਖਣਗੇ, ਮੇਰੇ ਰਿਸ਼ਤੇਦਾਰ ਕੀ ਆਖਣਗੇ ਵੀ ਇਹ ਫਟੇ ਹਾਲ ਭਿਖਾਰੀਆਂ ਵਾਂਗੂ ਕੌਣ ਸਾਡੇ ਪਿੰਡ ਚ ਆ ਵੜਿਆ। ਨਹੀਂ ਨਹੀਂ ਲੱਤਾ ਸਿਆ ਬਥੇਰੀ ਭੁਗਤ ਲਿਆ, ਹੁਣ ਛੱਡ ਪਰਾਂ, ਕਰ ਕਹਾਣੀ ਖਤਮ। ਇਹ ਸੱਚੇ ਪਾਤਸ਼ਾਹ ਮੈਨੂੰ ਮਾਫ ਕਰੀ, ਤੇਰੀ ਦਿੱਤੀ ਬਥੇਰੀ ਭੁਗਤ ਲਿਆ, ਕਾਹਨੂੰ ਐਵੇਂ ਝੜਕਾਂ ਖਾਈ ਜਾਂਦਾ ਹੁਣ। ਲੱਤਾ ਸਿਆ ਹੁਣ ਨਾ ਪਿੱਛੇ ਮੁੜੀ, ਇਹ ਫੈਸਲੇ ਵਾਰ-ਵਾਰ ਨਹੀਂ ਲੈ ਜਾਂਦੇ। ਕਰ ਕਹਾਣੀ ਖਤਮ ਆਪਦੀ। ਧੀਏ ਤੂੰ ਵੀ ਮੈਨੂੰ ਮਾਫ ਕਰੀ, ਤੈਨੂੰ ਬਿਨਾਂ ਮਿਲੇ ਚੱਲਿਆ, ਮਾਫ ਕਰੀ ਮੈਨੂੰ। ਇਹ ਸੱਚੇ ਪਾਤਸ਼ਾਹ ਕੀ ਹੋ ਗਿਆ ਜੇ ਜ਼ਿੰਦਗੀ ਢਿੱਲੀ ਹੋ ਗਈ, ਗੰਢ ਤਾਂ ਕੱਸ ਕੇ ਬੰਨ ਨਹੀਂ ਸਕਦਾ। हे वाहिगुरु लाभ दे लड़ मैनू। सुबह सवेरे लैनी वटना वे असा मल मली उस नवाया। चूरी कुट्टा ते ओ खांदा नहीं, असां दिल दा मां सिखवाया। सरदार जी ਇੱਥੇ ਕਿਸ ਤਰ੍ਹਾਂ? मैं थक गया सी, मैं कहा थोड़ा आराम कर लवां। ਜਾਣਾ ਕਿੱਥੇ ਹੈ? जिथे पहुंचना सी बस पहुंच गया। ਲੱਦਾ ਸਿੰਘ ਮੈਨੂੰ ਲਗਾ ਥਾਵੇਂ ਮੈਨੂੰ ਪਛਾਣਿਆ ਨਹੀਂ ਹੈ। ਥਾਰੀ ਕੁੜੀ ਨਹੀਂ ਉਰੇ ਵੇਹੀ ਵੀ ਰੂਪੀ। आहो ਪ੍ਰੀਤਮ ਸਿੰਘ ਗੈਲ ਥਾੜੀ ਕੁੜਮਚਾਰੀ ਨਹੀਂ ਹੈ। ਸਰਦਾਰ ਜੀ ਥਾਵੇਂ ਮੈਨੂੰ ਇਬ ਨਹੀਂ ਪਛਾਣਿਆ है। रूपी के ब्याह माता मेरी मिलनी भी हुई थी। मैं इस गांव का चौकीदार है। केरू है मेरा नाम। हमें सरदार जी लत्ता भी बंद रखी हैं। वो थक गया सी ना, थोड़ा आराम करवा रहा सी। बड़ा लम्मा सफ़र तय किया इन्हां लत्तां ने, बहुत लम्मा पैंडा, इस करके आराम करवाना जरूरी है ना। थारी बात मैनू समझ में नहीं आई कोई। इन्हां लत्तां ने उदों सफ़र करना शुरू किया सी जदों मैं लहू दा दरिया पार। उस वक्त कोई भी बंदा नहीं सी, बंदा ਤਾਂ बस किते किते सी, सारे पासे वहशत ही वहशत। मेरे माँ प्यो, मामा फुफड़ मासड़ कुल मिला के मेरे घर के 11 जी 47 खा गई। फिर इधर आ गए। बंजर जमीन अलाट हो गई। ਉਹ ਲੱਦਾ ਸਿੰਘ ਕਿਵੇਂ ਆ ਯਾਰ? ਉਹ ਮੈਂ ਠੀਕ ਆ ਬਾਈ। ਉਹ ਯਾਰ ਸਾਡੇ ਕੋਲ ਵੀ ਖੜ ਜੇ ਬਹਿੜੀਆਂ ਕਰੋ ਕਦੀ। ਉਹ ਯਾਰ ਕੰਮ ਤੋਂ ਵੇਲ ਕਿੱਥੇ? ਉਹ ਯਾਰ ਜਦੋਂ ਦੀ ਪਿੰਡੋਂ ਬਾਹਰ ਜ਼ਮੀਨ ਲਾਟ ਹੋਈ ਆ ਹੈ। ਉਹ ਜੱਗਿਆ ਤੈਨੂੰ ਪਤਾ ਮਿਹਨਤੀ ਹੱਥ ਆ ਤੇ ਹੱਥ ਆਪਾਂ ਹੌਲੇ ਰਹਿਣ ਨਹੀਂ ਦੇਣੇ। ਉਹ ਚੱਲ ਵੀ ਬੱਗਿਆ। ਉਹ ਅੱਛਾ ਲੱਦਿਆ ਅੱਛਾ, ਤੇ ਵਰਗਾ ਪਿੰਡ 'ਚ ਮਿਹਨਤੀ ਬੰਦਾ ਨਹੀਂ ਦੇਖਿਆ ਕੋਈ। बंजर जमीन अलाट हो गई। मैं उस जमीन नूं पसीने नाल नहीं अपने लहू दे नाल सिंजिया।
ਮਿਹਨਤ ਕਰਕੇ 20 ਕਿੱਲੇ ਜ਼ਮੀਨ ਵੀ ਬਣਾਈ। ਮੈਨੂੰ ਅੱਜ ਵੀ ਯਾਦ ਹੈ ਮੇਰਾ ਵਿਆਹ ਬਲਵੀਰ ਕੌਰ ਨਾਲ ਹੋਇਆ। ਮੇਰੀ ਸੱਜ ਵਿਆਹੀ ਬਲਵੀਰ ਕੌਰ ਪਰੀਆਂ ਵਰਗੀ। ਉਹਨੇ ਮੈਨੂੰ 2 ਪੁੱਤਰ ਤੇ 1 ਧੀ ਦਿੱਤੀ, ਪਰ ਆਪ ਸਾਥ ਛੱਡ ਗਈ। ਦਿਨੇ ਮੈਂ ਖੇਤਾਂ ਵਿੱਚ ਕੰਮ ਕਰਦਾ ਤੇ ਘਰੇ ਮੈਂ ਆਪਣੇ ਧੀਆਂ ਪੁੱਤਾਂ ਨੂੰ ਪਾਲਦਾ। ਜਿਵੇਂ ਫਸਲ ਪੱਕ ਜਾਂਦੀ ਹੈ ਉਸੇ ਤਰ੍ਹਾਂ ਮੇਰੇ ਪੁੱਤ ਧੀਆਂ ਵੀ ਜਵਾਨ ਹੋਏ, ਵਿਆਹੁਣ ਜੋਗੇ ਹੋਏ। ਫਿਰ ਮੈਂ ਉਹਨਾਂ ਦਾ ਵਿਆਹ ਕੀਤਾ, ਮੁੰਡਿਆਂ ਦਾ ਵੀ ਵਿਆਹ ਕੀਤਾ ਤੇ ਮੇਰੀ ਧੀ ਦਾ ਵਿਆਹ ਮੈਂ ਤੁਹਾਡੇ ਪਿੰਡ ਕੀਤਾ, ਰੂਪੀ ਦਾ। पूरे तक तो तेरी राम कहानी ठीक है सरदार जी, ये रोड़ा कहाँ पै गया? ਫਿਰ ਇੱਕ ਦਿਨ ਮੈਂ ਤੇ ਮੇਰੇ ਮੁੰਡੇ ਟੋਕਾ ਕਰ ਰਹੇ ਸੀ। ਬਾਪੂ ਹੁਣ ਇਕੱਠਿਆਂ ਨੇ ਬਣੀ ਔਖੀ ਆ। ਹੁਣ ਤੱਕ ਤਾਂ ਵੰਡ ਵੜਈਆ ਹੋ ਜਾਣਾ ਚਾਹੀਦਾ ਸੀ। ਮੇਰੇ ਜਿਉਂਦੇ ਜੀ ਬਾਪੂ ਪੁੱਛ ਨਹੀਂ ਰਹੇ, ਦੱਸ ਰਹੇ ਆ। 10 ਕਿੱਲੇ ਮੇਰੇ ਤੇ 10 ਕਿੱਲੇ ਛੋਟੇ ਦੇ। ਉਹ 20 ਕਿੱਲੇ ਮੈਂ ਆਪਣੇ ਹੱਥਾਂ ਨਾਲ ਬਣਾਏ ਆ, ਮਾਲਕ ਮੈਂ ਆ ਤੇ ਵੰਡ ਤੁਸੀਂ ਲਈ। ਬਾਪੂ ਇਹਦੇ ਚ ਕੀ ਆ, ਆਪਾਂ ਤਾਂ ਘਰ ਵੀ ਵੰਡ ਲਿਆ। ਆ ਉਰਲਾ ਪਾਸਾ ਮੇਰਾ, ਪਰਲਾ ਬਾਈ ਦਾ। ਬਾਪੂ ਤੂੰ ਫਿਕਰ ਨਾ ਕਰ, ਤੇਰੀ ਵੰਡ ਵੀ ਅਸੀਂ ਬੜੀ ਸੋਚ ਸਮਝ ਕੇ ਕੀਤੀ ਆ। 1 ਹਫ਼ਤਾ ਮੇਰੇ ਵੱਲ ਤੇ 1 ਹਫ਼ਤਾ ਛੋਟੇ ਵੱਲ। ਨਾਲੇ ਕੱਪੜੇ ਲੀੜੇ ਦੀ ਚਿੰਤਾ ਨਹੀਂ ਕਰਨੀ, ਫਸਲ ਵਿਕਣ ਮਗਰੋਂ ਸਾਂਝੇ ਤੌਰ ਤੇ ਦਵਾ ਦਿਆ ਕਰਾਂਗੇ ਤੈਨੂੰ। ਤੇ ਪਹਿਲਾ ਹਫ਼ਤਾ ਮੇਰੇ ਵੱਲੋਂ ਸ਼ੁਰੂ ਹੁੰਦਾ। ਉਹ ਗੁਰਦਿੱਤਿਆ, 4 ਦਿਨ ਹੋ ਗਏ ਮੈਨੂੰ ਤਾਪ ਚੜ੍ਹਦੇ ਨੂੰ। ਅੱਡੇ ਤੋਂ ਦਵਾਈ ਦਵਾ ਲਿਆ? ਵੱਡੇ ਨੂੰ ਕਹਦੇ ਬਾਪੂ, ਮੈਂ ਪਰਾਲੀ ਨੂੰ ਅੱਗ ਲਾਉਣ ਚੱਲਿਆ, ਬੰਦੇ ਡਿੱਗਦੇ ਮੈਨੂੰ। ਹਰਦਿੱਤ ਪੁੱਤ, 2 ਦਿਨਾਂ ਤੋਂ ਕੁਝ ਨਹੀਂ ਖਾਦਾ, ਮੇਰੇ ਹਜਮ ਨਹੀਂ ਹੁੰਦਾ। ਮੈਨੂੰ ਡਾਕਟਰ ਨੂੰ ਹੀ ਦਿਖਾ ਦਿੰਦਾ। ਪਰ ਬਾਪੂ ਮੈਨੂੰ ਇੱਕ ਗੱਲ ਦੱਸ, ਵੀ ਤੂੰ ਛੋਟੇ ਵੱਲ ਬਿਮਾਰ ਹੋਇਆ ਸੀ ਜਾਂ ਮੇਰੇ ਵੱਲ? ਚੱਲ ਕੋਈ ਨਹੀਂ, ਆ ਕੇ ਕਰਦਾ ਮੈਂ ਕੁਝ, ਸਹੁਰੇ ਜਾ ਆਇਆ ਮੈਂ। ਫਿਰ ਚੌਕੀਦਾਰਾ ਸਰੀਰ ਦਾ ਬੁਰਾ ਹਾਲ ਸੀ, ਜੇਬ 'ਚ ਕੋਈ ਪੈਸਾ ਧੇਲਾ ਵੀ ਨਹੀਂ ਸੀ। ਫਿਰ ਸੋਚਿਆ ਵੀ ਚੱਲ ਆਪਦੀ ਧੀ ਰੂਪੀ ਕੋਲੇ ਚੱਲਾਂ। ਬਹੁਤ ਪਿਆਰ ਕਰਦੀ ਹੈ ਮੇਰੀ ਧੀ ਮੈਨੂੰ, ਉਹੀ ਸੇਵਾ ਕਰੂਗੀ ਮੇਰੀ। ਫਿਰ ਮੈਂ ਬੇਫਿਕਰੀ ਨਾਲ ਤੁਰ ਪਿਆ ਉਹਦੇ ਪਿੰਡ ਨੂੰ। ठीक करे। ਪਰ ਫਿਰ ਸੋਚਿਆ ਕਿ ਮੈਲੇ ਕਚੈਲੇ ਕੱਪੜੇ ਤੇ ਜੇਬ 'ਚ ਧੇਲਾ ਵੀ ਨਹੀਂ, ਰੂਪੀ ਦੇ ਸਹੁਰੇ ਕੀ ਆਖਣਗੇ, ਪਿੰਡ ਵਾਲੇ ਕੀ ਆਖਣਗੇ ਕਿ ਇਹ ਕੌਣ ਤੁਰਿਆ ਆਉਂਦਾ ਮੰਗਤਿਆਂ ਵਾਂਗ। ਫਿਰ ਮੈਂ ਆਪਦਾ ਫੈਸਲਾ ਬਦਲ ਦਿੱਤਾ ਤੇ जा सरदार जी, थमें तो यार मारे घरों की बेइज्जती करा दी। ਉਹ ਜੇ ਤੁਹਾਨੂੰ ਮਾੜਾ ਮੋਟਾ ਕੋਈ ਤਾਪ ਚੜਿਆ ਹੋਇਆ ਹੈ, ਕੋਈ ਇਲਾਜ नहीं करांदा, हमें कास वास्ते, हमें नहीं इलाज करावांगे थारा। वो थमने इतने दरिया पार कर लिए, थमने खून के 47 थमें देख ली, 84 भी देख ली, जद नहीं घबराए। इब जाए इस उम्र में आके अपने आप को कत्ल करने का थमें कलंक लगाने लग रहे, ये तो बहुत बड़ी बात है। मारे का नहीं देखो, मारी जनानी सब कुछ लेकर दौड़ गई, जमीन जायदाद गहना गट्टा औलाद भी लेके चल गई। जद जान लगी मैं कहा भाई मेरा गुर्दा भी ले जा, वो छोड़ गई। इश्क दा पलंग नी माए,
ਅਸਾਂ ਰਾਤਾਂ ਚਾਨਣੀਆਂ ਵਿੱਚ ਡਾਇਆ। ਮਖਾ ਜਨਾਨੀ ਹੈ ਮੇਰੀ ਆਪਣੀ, ਸਭ ਕੁਝ ਕਰੇਗੀ। ਥਮੇ ਤਾਂ ਲਾਦ ਵਾਲੇ ਆ, ਮੇਰੇ ਕੰਨੀ ਦੇਖ, ਕੁਛ ਵੀ ਨਹੀਂ ਹੈਗਾ। ਹਮ ਨਹੀਂ ਜੀ ਰਹੇ, ਇਹ ਉਸ ਬਾਤ ਨਹੀਂ ਹੈ ਸਰਦਾਰ ਜੀ। ਉਹ ਬੁਜ਼ਦਿਲਾਂ ਵਾਂਗੂ, ਕਮਜ਼ੋਰਾਂ ਵਾਂਗੂ ਆਪਣੇ ਆਪ ਨੂੰ ਥਮੇ ਮਾਰਨ ਲੱਗ ਰਹੇ। ਉੱਠੋ ਥਮੇ, ਉੱਠੋ ਥਮੇ। ਯੋ ਬਤਾਓ ਲੱਤਾਂ ਸਿਓ ਨਹੀਂ ਟੈਟ ਕਰਕੇ ਲੱਤਾਂ ਕਿਉਂ ਬੰਦ ਰੱਖੀਆਂ ਥਮਨੇ? ਨਿੱਕੇ ਹੁੰਦੇ ਛੱਪੜਾਂ 'ਚ ਤਾਰੀਆਂ ਲਾਉਂਦੇ ਰਹੇ ਕਿ ਰੂਸਿਆਂ, ਇਧਰੋਂ ਚੁੱਭੀ ਮਾਰਨੀ, ਉਧਰ ਨਿਕਲਣਾ। ਬੜੀਆਂ ਢੀਠ ਨੇ ਇਹ ਲੱਤਾਂ। ਜਦੋਂ ਮੈਂ ਛਾਲ ਮਾਰੂੰਗਾ ਮੈਨੂੰ ਪਤਾ ਸੀ ਜ਼ਰੂਰ ਕੋਈ ਹਰਕਤ ਕਰਨਗੀਆਂ, ਇਸ ਕਰਕੇ ਬੰਨ੍ਹਤੀਆਂ ਫਿਰ ਆਪਾਂ। ਐ ਥੋੜਾ ਡਰਪੋਕਾਂ ਵਾਂਗੂ ਕਿਆ ਬਾਤ ਕਰਦੀ। ਮੈਂ ਚੱਲਦਾ ਤੁਹਾਡੇ ਨਾਲ, ਹਮ ਕਰਾਂਗੇ ਸੇਵਾ ਥਾਰੀ। ਸਾਰੇ ਗਰਾਉਂ ਨੂੰ ਮੈਂ ਇਹ ਵੀ ਦੱਸਦਾ ਜਾ ਕੇ ਵੀ ਲੱਦਾ ਸਿੰਘ ਭਾਈ ਮਾਰੇ ਘਰੋਂ ਕਾ ਮਹਿਮਾਨ ਹੈ। ਜੇ ਤੇਰੇ ਮੁੰਡੇ ਨੇ ਨਹੀਂ ਪੁੱਛਿਆ ਕੋਈ ਆਇਆ ਹੈ ਕੌਣ ਹੈ? ਰੋਕੇ 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 ਰੋਕੇ, ਕੌਣ ਹੈ? ਤੂੰ ਕੌਣ ਹੈ? ਉਹ ਅੱਛਾ ਚਾਚਾ, ਹਾਂ ਉਹ ਖੇਤਾਂ ਨੂੰ ਚੱਲਿਆ ਚਾਚਾ, ਕਣਕ ਨੂੰ ਪਾਣੀ ਲਾਉਣ ਦੀ ਵਾਰੀ ਹੈ, ਪਾਣੀ ਲਾਉਣ ਚੱਲਿਆ। ਤੂੰ ਪਹਿਲਾਂ ਇੱਕ ਕੰਮ ਕਰ ਮੇਰਾ, ਸਰਦਾਰ ਲੱਦਾ ਸਿੰਘ ਰੂਪੀ ਦੇ ਘਰ ਨਹੀਂ, ਪ੍ਰੀਤਮ ਸਿੰਘ ਦੇ, ਉਹਨਾਂ ਦੇ ਘਰ ਛੱਡ ਕੇ ਆ। ਇਹ ਰੂਪੀ ਦੇ ਪਿਤਾ ਜੀ ਨੇ, ਠੀਕ ਆ? ਆਓ ਬੈਠੋ ਸਰਦਾਰ ਜੀ, ਬੈਠੋ ਬੈਠੋ। ਆ ਜੁੱਤੀ ਪਾਓ ਤੁਸੀਂ, ਕਮਾਲ ਦੀ ਗੱਲ ਹੈ। ਅਸੀਂ ਹੈਗੇ ਤੁਹਾਡੇ ਨਾਲ। ਓਏ ਥੋੜੇ ਜਿਹੇ ਢੱਲੇ ਨੇ, ਹੌਲੀ ਚਲਾਈ ਸਕੂਟਰ, ਐਵੇਂ ਨਾ ਭਜਾ ਲੈ ਜੀ। ਮੈਂ ਛੱਡ ਦਿੰਦਾ, ਆ ਜਾਓ ਜੀ, ਆ ਜਾਓ। ਬਾਪੂ ਜੀ, ਸ਼ੁਕਰ ਹੈ ਤੁਹਾਨੂੰ ਹੋਸ਼ ਆ ਗਈ। ਰਾਤ ਦੇ ਬੇਹੋਸ਼ ਪਏ ਸੀ। ਮੈਂ ਪਿਉਣੀ ਆ ਤੁਹਾਨੂੰ ਪਾਣੀ, ਤੁਸੀਂ ਮੈਨੂੰ ਬੁਲਾ ਲੈਂਦੇ। ਸ਼ੁਕਰ ਹੈ ਤੁਹਾਨੂੰ ਹੋਸ਼ ਆ ਗਿਆ। ਪਿੰਡਾ ਤਪਿਆ ਪਿਆ ਸੀ ਤੁਹਾਡਾ, ਜਿੱਦਾਂ ਕੋਲਿਆਂ ਦੀ ਤਪਸ਼ ਹੋਵੇ। ਤੁਸੀਂ ਬੈਠੋ ਬਾਪੂ ਜੀ, ਮੈਂ ਤੁਹਾਡੇ ਲਈ ਖਿਚੜੀ ਬਣਾ ਕੇ ਲਿਆਉਣੀ ਆ। ਤੇ ਇਹ ਤੇਰੇ ਸਹੁਰਾ ਸਾਹਿਬ ਨੂੰ ਤਾਂ ਬੁਲਾ, ਉਹਨਾਂ ਨੂੰ ਵੀ ਮਿਲ ਲਈਏ। ਬੇਬੇ ਬਾਪੂ ਜੀ ਤਾਂ ਚੌਂਕੀਦਾਰ ਵੱਲ ਗਏ ਆ, ਲਾਸ਼ ਮਿਲੀ ਆ ਕੱਲ ਉਹਨਾਂ ਦੀ। ਕੀ ਹੋਇਆ ਧੀਏ? ਕੱਲ ਉਹਨਾਂ ਨੇ ਛਾਲ ਮਾਰਤੀ ਸੂਏ 'ਚ, ਪੈਰ ਬੰਨੇ ਹੋਏ ਸੀ ਪਰਨੇ ਨਾਲ, ਬਾਹਲਾ ਹੀ ਲੋੜਾ ਹੋਇਆ। ਸਵੇਰੇ ਚੌਂਕੀਦਾਰ ਦੀ ਲਾਸ਼ ਮਿਲੀ ਆ, ਸਾਰੇ ਘਰ ਦੇ ਉੱਧਰ ਗਏ ਆ। ਮੇਰਾ ਪਰਨਾ ਤਾਂ ਉਹਦੇ ਕੋਲ ਹੀ ਰਹਿ ਗਿਆ। ਬਾਪੂ ਜੀ, ਬਾਪੂ ਜੀ, ਬਾਪੂ ਜੀ।